ਬਾਣੀ ਗੁਰੂ ਗੁਰੂ ਹੈ ਬਾਣੀ 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 ਆਵੇ ਸਾਹਿਬ ਚਿਤ ਆਵੇ ਸਾਹਿਬ ਚਿਤ ਆਵੇ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆਂ ਤੇਰਿਆਂ ਭਗਤਾਂ ਡਿਠਿਆਂ ਆਵੇ ਸਾਹਿਬ ਚਿਤ ਆਵੇ ਸਾਹਿਬ ਚਿਤ ਸਾਹਿਬ ਚਿਤ 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 ਆਵੇ ਸਾਹਿਬ ਚਿਤ ਆਵੇ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆਂ ਤੇਰਿਆਂ ਭਗਤਾਂ ਡਿਠਿਆਂ ਆਵੇ ਸਾਹਿਬ ਆਵੇ ਸਾਹਿਬ ਚਿਤ 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 ਆਵੇ ਸਾਹਿਬ 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 ਆਵੇ ਸਾਹਿਬ ਚਿਤ
ਆਵੇ ਸਾਹਿਬ ਚਿਤ, ਆਵੇ ਸਾਹਿਬ ਚਿਤ, ਤੇਰਿਆਂ ਭਗਤਾਂ ਡਿਠਿਆਂ ਡਿਠਿਆਂ, ਤੇਰਿਆਂ ਭਗਤਾਂ ਡਿਠਿਆਂ, ਆਵੇ ਸਾਹਿਬ ਚਿਤ। ਵਿਚਾਰ ਚਲਦੀ ਸੀ, ਰਤੇ ਰੰਗ ਪਰ ਬ੍ਰਹਮ ਕੇ, ਮਨ ਤਨ ਅਤ ਗੁਲਾਲ, ਵਿਣ ਨਾਵੇ ਆਲੂ ਦਿਆ, ਜਿੱਤੀ ਹੋਰ ਖਿਆਲ। ਵਿਣ ਨਾਵੇ ਆਲੂ ਦਿਆ, ਆਲੂ ਦਿਆ ਹੁੰਦੀ ਹੈ ਮੈਲ। ਗੁਰੂ ਜੀ ਆਖਦੇ ਹਨ, ਜਿਨ੍ਹਾਂ ਦੇ ਮਨ ਦੇ ਵਿੱਚ ਪਾਰ ਬ੍ਰਹਮ ਵਸਿਆ ਹੋਇਆ ਹੈ, ਉਹ ਮਨ ਕਰਕੇ ਵੀ ਸੁੰਦਰ ਹਨ, ਉਹ ਤਨ ਕਰਕੇ ਵੀ ਸੁੰਦਰ ਹਨ, ਉਹ ਖਿਆਲਾਂ ਕਰਕੇ ਵੀ ਸੁੰਦਰ ਹਨ, ਉਹ ਆਪਣੇ ਕਰਮਾਂ ਕਰਕੇ ਵੀ ਸੁੰਦਰ ਹਨ, ਉਹ ਹਰ ਤਰ੍ਹਾਂ ਸੁੰਦਰ ਹੀ ਸੁੰਦਰ ਹਨ। ਐਸਾ ਵੀ ਬਾਣੀ 'ਚ ਕਥਨ ਹੁੰਦਾ ਨਾ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਕਹਿੰਦੇ ਜਿਨ੍ਹਾਂ ਦਾ ਅੰਦਰ ਰੇਸ਼ਮ ਵਰਗਾ ਹੈ, ਨਰਮ, ਕੋਮਲ, ਮੁਲਾਇਮ, ਦਇਆਵਾਨ ਜੋ ਹਨ, ਜਿਨ੍ਹਾਂ ਦੇ ਅੰਦਰ ਕੋਮਲਤਾ ਹੈ, ਕਠੋਰਤਾ ਨਹੀਂ। ਜਿਨ ਪਟ ਅੰਦਰ, ਪਟ ਮੈਨੇ ਰੇਸ਼ਮ, ਕਹਿੰਦੇ ਜਿਨ੍ਹਾਂ ਦਾ ਅੰਦਰ ਰੇਸ਼ਮ ਵਰਗਾ ਹੈ, ਬਾਹਰ ਗੁੱਦੜ। ਬਾਹਰ ਭਾਵੇਂ ਉਹਨਾਂ ਦੇ ਕੱਪੜਿਆਂ ਨੂੰ ਟਾਕੀਆਂ ਹੀ ਲੱਗੀਆਂ ਹੋਈਆਂ ਹੋਣ, ਪਰ ਅੱਜ ਤੇ ਬਹੁਤ ਹੀ ਉਲਟ ਕੰਮ ਹੋ ਗਿਆ ਹੈ ਕਿ ਰੇਸ਼ਮ ਦੇ ਕੱਪੜੇ ਸ਼ਾਇਦ ਸਸਤੇ ਮਿਲਦੇ ਹੋਣ, ਜਿਨ੍ਹਾਂ ਕੱਪੜਿਆਂ ਨੂੰ ਟਾਕੀਆਂ ਲੱਗੀਆਂ ਹੋਈਆਂ ਹਨ ਉਹ ਜ਼ਿਆਦਾ ਐਕਸਪੈਂਸਿਵ ਹਨ, ਉਹ ਬ੍ਰਾਂਡਡ ਕਲੋਥਸ ਹਨ। तो गुरु महाराज दे ये बचन फिर सच हो गए, बावै मार्ग टेढ़ा चलना, सीधा छोड़ अपूठा बुनना। संसार की सारी दशा जो है वो अस्त व्यस्त होई पई है, वो उल्ट पुलट होई पई है। जिस तरह उन्होंने अपने एक शब्द दे विच भी आख्या, तो बिल्कुल सिद्ध हुंदा है कि रेशम के कपड़े शायद इतने एक्सपेंसिव ना होण जितने वो कपड़े जिन्हां नूं ਥਾਂ ਥਾਂ ਉੱਤੇ ਫਟੇ ਹੋਏ ਹਨ, ਜਿਨ੍ਹਾਂ ਦੇ ਧਾਗੇ ਨਿਕਲੇ ਹੋਏ ਹਨ, ਔਰ ਬੜੇ ਸਟਾਈਲ ਦੇ ਨਾਲ ਧਾਗੇ ਨਿਕਾਲੇ ਜਾਂਦੇ ਹਨ, ਔਰ ਫਿਰ ਉੱਥੇ ਪੈਚਸ ਲੱਗੇ ਹੋਣ ਥਾਂ ਥਾਂ ਉੱਤੇ। ਯਾਨੀ ਸਾਰਾ ਸੰਸਾਰ ਜੋ ਕਿਸੇ ਵੇਲੇ ਭਿਖਾਰੀਆਂ ਮੰਗਤਿਆਂ ਦੇ ਕੱਪੜੇ ਹੁੰਦੇ ਸਨ, ਉਹ ਪਾਉਣ ਨੂੰ ਤਿਆਰ ਹੋਇਆ ਪਿਆ ਹੈ। ਇਹ ਅੱਜ ਕੱਲ੍ਹ ਦੀ ਅਮੀਰੀ। रते रंग पार ब्रह्म के मन तन अत गुलाल, नानक विण आवे आलू दिया जिती होर ख्याल। गुरु जी आखते हैं होर जितने भी ख्याल हैं वाहिगुरु दे नाम तो बिना, उस दे ध्यान तो बिना, उस दे ज्ञान तो बिना, उस दी विचार तो बिना, उस दी अवस्था तो बिना, उस दी लगन रुचि तो बिना, गुरु जी आखते हैं बाकी सब कुछ मैल ही मैल है, और सब कुछ मन दे खिंडाव का कारण बनता है, मन की भटकण का कारण बनता है, मन की अशांति का कारण बनता है। तो विचार चल रही सी, बंधन खोलन संत दूत सब जाए छप। परमेश्वर दे प्यारे बंधन किवें खोलते हैं, वो ਇੱਥੇ ਦੇ ਜੀਵਾਂ ਦੇ ਹੀ ਬੰਧਨ ਨਹੀਂ। ਰਾਜਾ ਜਨਕ ਜੀ ਦੀ ਸਾਖੀ ਹੈ, ਹੁਣੇ ਆਪਾਂ ਸੁਣਾਂਗੇ ਕਿ ਉਹ ਮਹਾਂਪੁਰਖ ਸਿਰਫ ਇਸ ਧਰਤੀ ਉੱਤੇ ਹੀ ਜੋ ਜੀਵ ਹਨ ਉਹਨਾਂ ਦੇ ਹੀ ਬੰਧਨ ਖੋਲਣ ਨੂੰ, ਕੱਟਣ ਨੂੰ ਸਮਰੱਥ ਨਹੀਂ। ਉਹ ਤਾਂ ਜੋ ਮਰਨ ਤੋਂ ਬਾਅਦ
ਨਰਕਾਂ ਦੇ ਵਿੱਚ ਜਾ ਪਹੁੰਚੇ ਹਨ, ਉਹਨਾਂ ਨੂੰ ਉਥੋਂ ਉਸ ਬੰਧਨ ਦੇ ਵਿੱਚੋਂ ਨਿਕਾਲਣ ਦੇ ਵਾਸਤੇ ਵੀ ਸਮਰੱਥ ਹਨ। ਆਪਣੀ ਸਾਖੀ ਸ਼ੁਰੂ ਹੋਈ ਸੀ ਕਿ ਸਾਡੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡੇ ਬ੍ਰਹਮ ਗਿਆਨੀ ਰਾਜਾ ਜਨਕ ਜੀ ਹੋਏ ਹਨ। ਇੱਕ ਦਫਾ ਦੇਵਤਿਆਂ ਦੀ ਸਭਾ ਲੱਗੀ ਔਰ ਉਸ ਸਭਾ ਦੇ ਵਿੱਚ ਰਾਜਾ ਜਨਕ ਜੀ ਨੂੰ ਵੀ ਸੱਦਾ ਦਿੱਤਾ ਗਿਆ, ਇਨਵੀਟੇਸ਼ਨ ਦਿੱਤਾ ਗਿਆ। ਸਾਡੇ ਸਮਝਣ ਤੋਂ ਪਰੇ ਦੀ ਗੱਲ ਕਿ ਦੇਵਤਿਆਂ ਦੀ ਸਭਾ, ਇਸ ਦਾ ਅਰਥ ਇੱਕ ਇਹ ਜ਼ਰੂਰ ਨਿਕਲਦਾ ਹੈ ਕਿ देवतियां की जो गति है, देवतियां की जो अवस्था है, वो ब्रह्म ज्ञानी तो बहुत थल्ले। पूजनिक संत महाराज जी 6 किस्म की गति दस्या करते सन। 6 किस्म की गति अलग अलग गति है। मरण तो बाद ਦੀ ਜੋ ਸਿਚੁਏਸ਼ਨ ਹੈ, ਪਾਪੀਆਂ ਦੀ ਗਤੀ ਅਲੱਗ ਹੈ, ਉਹਨਾਂ ਦੀ ਗਤੀ ਦਾ ਤਾਂ ਪਤਾ ਹੀ ਹੈ। ਉਹਨਾਂ ਦੀ ਗਤੀ ਬਾਰੇ ਲਿਖਿਆ ਹੈ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਧਾਣੀਆਂ ਤਿਉ ਮੱਥੇ ਧਰਮ ਰਾਏ। ਕਹਿੰਦੇ ਜਿਸ ਤਰ੍ਹਾਂ ਸਪੌਟ ਦੇ ਵਿੱਚ, ਚਾਟੀ ਦੇ ਵਿੱਚ ਦਹੀਂ ਪਾਇਆ ਹੁੰਦਾ ਹੈ ਜਮਾ ਕੇ, ਤੇ ਉਸ ਦੇ ਵਿੱਚ ਮਧਾਣੀ ਜਿਵੇਂ ਉਸ ਦਹੀਂ ਨੂੰ ਰਿੜਕਦੀ ਹੈ, ਤੋੜਦੀ ਹੈ ਜਦੋਂ ਉਸ ਦੀ ਚਰਨਿੰਗ ਹੁੰਦੀ ਹੈ। ਕਹਿੰਦੇ ਬਿਲਕੁਲ ਇਸੇ ਤਰ੍ਹਾਂ ਧਨਵਰਾਜ ਉਹਨਾਂ ਪਾਪੀਆਂ ਨੂੰ ਜਿਵੇਂ ਮਧਾਣੀ ਉਸ ਦਹੀਂ ਨੂੰ ਤੋੜਦੀ ਹੈ, ਰਿੜਕਦੀ ਹੈ, ਕ੍ਰਸ਼ ਕਰਦੀ ਹੈ, ਕਹਿੰਦੇ ਧਰਮਰਾਜ ਉਹਨਾਂ ਦੀ ਇਹੀ ਹਾਲਤ ਕਰੇਗਾ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਬਾਅਦ ਦੇ ਵਿੱਚ ਫਿਰ ਉਹ ਹਾਏ ਹਾਏ ਉਹਨਾਂ ਦੀਆਂ ਹਾਹਾਕਾਰ ਪੈਂਦੀ ਹੈ, ਪਰੰਤੂ ਉਹ ਹਾਹਾਕਾਰ ਜੋ ਹੈ ਉਹ ਫਿਰ ਹੋਰ ਕਿਸੇ ਨੂੰ ਸੁਣਦੀ ਨਹੀਂ, ਨਾ ਉਹਨਾਂ ਨੂੰ ਕੋਈ ਬਚਾ ਸਕਦਾ ਹੈ। ਅਰਸੀ ਕਿ ਬ੍ਰਹਮ ਗਿਆਨੀ ਦੀ ਜੋ ਗਤੀ ਹੈ ਉਹ ਸਭ ਤੋਂ ਉੱਚੀ ਹੈ। ਪਾਪੀਆਂ ਦੀ ਗਤੀ, ਉਸ ਤੋਂ ਬਾਅਦ ਫਿਰ ਪੁੰਨੀਆਂ ਦੀ ਗਤੀ, ਉਸ ਤੋਂ ਬਾਅਦ ਯੋਗੀਆਂ ਦੀ ਗਤੀ, ਉਸ ਤੋਂ ਬਾਅਦ ਆਉਂਦੀ ਹੈ ਭਗਤਾਂ ਦੀ ਗਤੀ, ਉਸ ਤੋਂ ਬਾਅਦ ਆਉਂਦੀ ਹੈ ਬ੍ਰਹਮ ਗਿਆਨੀਆਂ ਦੀ ਗਤੀ, ਉਸ ਤੋਂ ਬਾਅਦ 6ਵੀਂ ਹੈ ਕਾਰਕਾਂ ਦੀ ਗਤੀ। ਕਾਰਕ ਜੋ ਸਭ ਕੁਝ ਕਰਨ ਕਰਾਉਣ ਨੂੰ ਸਮਰੱਥ ਹੁੰਦੇ ਹਨ, ਜੋ ਬਖਸ਼ੀਆਂ ਹੋਈਆਂ ਰੂਹਾਂ ਸੰਸਾਰ ਦੇ ਵਿੱਚ ਆਉਂਦੀਆਂ ਹਨ, ਉਹਨਾਂ ਨੂੰ ਇੱਥੇ ਆ ਕੇ ਕੁਝ ਕਰਨਾ ਧਰਨਾ ਨਹੀਂ ਹੁੰਦਾ। ਕੋਈ ਤਪੱਸਿਆ ਭਗਤੀ ਦੀ ਉਹਨਾਂ ਨੂੰ ਆਪਣੇ ਲਈ ਲੋੜ ਨਹੀਂ ਹੁੰਦੀ, ਪਰੰਤੂ ਦੂਸਰਿਆਂ ਨੂੰ ਸਮਝਾਉਣ ਲਈ, ਸਬਕ ਦੇਣ ਲਈ ਉਹਨਾਂ ਨੂੰ ਖੁਦ ਉਸ ਤਰ੍ਹਾਂ ਦੇ ਪੂਰਨੇ ਕਈ ਦਫਾ ਪਾਉਣੇ ਪੈਂਦੇ ਹਨ, ਸਿਖਾਲਣ ਲਈ। ਇੱਕ ਦਫਾ ਦਾ ਜ਼ਿਕਰ ਹੈ, ਰਾਮਚੰਦਰ ਜੀ ਦੀ ਸਭਾ ਲੱਗੀ, ਉਹਨਾਂ ਦੇ ਗੁਰੂ ਵਸ਼ਿਸ਼ਟ ਜੀ ਸਭਾ ਦੇ ਵਿੱਚ ਬੈਠੇ ਹਨ। ਸਭਾ ਦੇ ਵਿੱਚ ਹੋਰ ਵੀ ਬੜੇ ਬੜੇ ਹਲਕਾਰ ਬੈਠੇ ਹਨ, ਤੇ ਰਾਮਚੰਦਰ ਜੀ ਦੀ ਨਿਗਾਹ ਬਾਰ-ਬਾਰ ਇੱਕ ਕੰਧ ਦੀ ਤਰਫ ਜਾਂਦੀ ਹੈ, ਤੇ ਕੀ ਦੇਖਦੇ ਹਨ ਕਿ ਇੱਕ ਕੀੜਾ ਹੈ ਜੋ ਕੰਧ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਔਰ ਫਿਰ ਨੀਚੇ ਗਿਰ ਜਾਂਦਾ ਹੈ। ਰਾਮਚੰਦਰ ਜੀ ਉਸ ਨੂੰ ਦੇਖ ਕੇ ਜਦੋਂ ਗਿਰਦਾ ਹੈ ਤੇ ਹੱਸ ਪੈਂਦੇ ਹਨ। तो कुछ दफा इस तरह होया वो कीड़ा वापस फिर चढ़ता है और फिर गिर जाता है। रामचंद्र जी हंसते हैं। ऐसी सभा जिथे बड़े बड़े महापुरुष तपस्वी सिद्ध लोग
राजे महाराजे बैठे हों तो इस तरह हंसना शोभनीक नहीं मन्या जाता। तो वशिष्ठ जी आखते हैं रामचंद्र जी ਨੂੰ कि रामचंद्र जी ਤੁਸੀਂ ਇਸ ਤਰ੍ਹਾਂ ਬਾਰ-ਬਾਰ ਹੱਸਦੇ ਕਿਉਂ ਹੋ? ਕੀ ਕਾਰਨ ਹੈ ਤੁਹਾਡੇ ਹੱਸਣ ਦਾ? ਉਹ ਆਖਦੇ ਨੇ ਮਹਾਰਾਜ ਹੱਸਣ ਦਾ ਕਾਰਨ ਤਾਂ ਮੇਰਾ ਇਹ ਹੈ, ਇਹ ਕੀੜਾ ਬਾਰ-ਬਾਰ ਕੰਧ ਉੱਤੇ ਦੀਵਾਰ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਅਤੇ ਫਿਰ ਗਿਰ ਜਾਂਦਾ ਹੈ। ਉਹਨਾਂ ਦੇ ਗੁਰੂ ਆਖਣ ਲੱਗੇ ਕਿ ਇਸ ਦੇ ਵਿੱਚ ਫਿਰ ਹੱਸਣ ਵਾਲੀ ਕਿਹੜੀ ਗੱਲ ਹੈ? ਕੀੜਾ ਹੈ, ਉਸ ਤੋਂ ਨਹੀਂ ਚੜ੍ਹ ਹੁੰਦਾ, ਉਸ ਦੀਆਂ ਟੰਗਾਂ ਟੁੱਟੀਆਂ ਹੋਈਆਂ ਹਨ, ਉਹ ਗਿਰ ਜਾਂਦਾ ਹੈ, ਇਹਦੇ ਵਿੱਚ ਹੱਸਣ ਵਾਲੀ ਗੱਲ ਕਿਹੜੀ ਹੈ? ਰਾਮਚੰਦਰ ਜੀ ਆਖਣ ਲੱਗੇ, ਐ ਗੁਰੂਦੇਵ ਹੱਸ ਤੇ ਮੈਂ ਤਾਂ ਰਿਹਾ ਹਾਂ ਕਿ ਇਹੀ ਕੀੜਾ 14 ਦਫਾ ਦੇਵਤਿਆਂ ਦਾ ਰਾਜਾ ਸਵਰਗਾਂ ਦੇ ਵਿੱਚ तमाम ਦੇਵਤਿਆਂ ਦਾ ਰਾਜਾ ਜੋ ਰਾਜਾ ਇੰਦਰ ਹੈ, ਦੇਵਤਾ ਇੰਦਰ ਹੈ, 14 ਦਫਾ ਇਹ ਇੰਦਰ ਦੇਵਤਾ ਬਣ ਚੁੱਕਾ ਹੈ। 14 ਦਫਾ ਇੰਦਰ ਦੇਵਤਾ ਬਣਨ ਤੋਂ ਬਾਅਦ ਹੁਣ ਇਹ ਫਿਰ ਕੀੜੇ ਦੀ ਜੂਨੀ ਦੇ ਵਿੱਚ ਪਿਆ ਹੋਇਆ ਹੈ। ਭਾਵ ਕਿ ਦੇਵਤੇ ਵੀ ਮੁਕਤ ਨਹੀਂ ਹਨ, ਉਹਨਾਂ ਨੂੰ ਵੀ ਕਿਸੇ ਸਮੇਂ ਉਹਨਾਂ ਦੀ ਟਰਮ ਪੂਰੀ ਹੋਣ ਤੋਂ ਬਾਅਦ ਫਿਰ ਇਸ ਧਰਤੀ ਉੱਤੇ ਵਾਪਸ ਗਿਰਨਾ ਪੈਂਦਾ ਹੈ। ਬਾਣੀ ਦੇ ਵਿੱਚ ਇਸ ਦਾ ਵੀ ਜ਼ਿਕਰ ਹੈ। ਸਰਬਲੋਕ ਮਾਇਆ ਕੇ ਮੰਡਲ, ਸਰਬਲੋਕ ਹੋਰ ਜਿਤਨੇ ਵੀ ਲੋਕ ਹਨ, ਬੇਅੰਤ ਲੋਕ ਹਨ, ਜਿੱਥੇ ਅਨੇਕਾਂ ਰੂਪਾਂ ਦੇ ਵਿੱਚ, ਆਕਾਰਾਂ ਦੇ ਵਿੱਚ ਜੋ ਜੀਵ ਰਹਿੰਦੇ ਹਨ। ਸਰਬਲੋਕ ਮਾਇਆ ਕੇ ਮੰਡਲ, ਗਿਰ ਗਿਰ ਪੜਤੇ ਧਰਣੀ। ਕਹਿੰਦੇ ਇਹ ਸਾਰੇ ਅਨੇਕਾਂ ਹੀ, ਜਿਸ ਤਰ੍ਹਾਂ ਇਹ ਮਾਇਆ ਦਾ ਇੱਕ ਮੰਡਲ ਹੈ ਧਰਤੀ, ਇਸ ਤਰ੍ਹਾਂ ਅਤਿਅੰਤ ਕਿਸਮ ਦੇ ਮਾਇਆ ਦੇ ਮੰਡਲ ਹਨ। ਉਹਨਾਂ 'ਚ ਰਹਿਣ ਵਾਲੇ तमाम ਜੀਵ ਸਮੇਂ ਅਨੁਸਾਰ ਜਦੋਂ ਉਹਨਾਂ ਦਾ ਸਮਾਂ ਖਤਮ ਹੋ ਜਾਂਦਾ ਹੈ, ਮਿਲੇ ਹੋਏ ਕਰਮਾਂ ਦਾ ਸੁਖ ਭੋਗਣ ਦਾ ਸਮਾਂ ਜਦੋਂ ਖਤਮ ਹੋ ਜਾਂਦਾ ਹੈ, ਫਿਰ ਉਹ ਆ ਕੇ ਧਰਤੀ ਤੇ ਗਿਰਦੇ ਹਨ। ਸੋ ਦੇਵਤਿਆਂ ਦੀ ਸਭਾ ਲੱਗੀ। ਦੇਵਤਿਆਂ ਦੀ ਸਭਾ ਦੇ ਵਿੱਚ ਕੋਈ ਯੁੱਗ ਐਸੇ ਸਨ ਜਿੱਥੋਂ ਇਸ ਪ੍ਰਿਥਵੀ ਤੋਂ ਦੇਵ ਨਗਰੀ ਦੇ ਵਿੱਚ ਪਹੁੰਚ ਵਾਲੀਆਂ ਆਤਮਾ, ਉੱਚੀਆਂ ਆਤਮਾਵਾਂ ਆਮ ਆਇਆ ਜਾਇਆ ਕਰਦੀਆਂ ਸਨ। ਉਸ ਦਾ ਅੱਗੇ ਚੱਲ ਕੇ ਥੋੜਾ ਹੋਰ ਵੀ ਜ਼ਿਕਰ ਕੀਤਾ ਜਾਏਗਾ। ਦੇਵਤਿਆਂ ਦੀ ਸਭਾ ਲੱਗੀ ਤੇ ਪ੍ਰਿਥਵੀ ਤੋਂ, ਇਸ ਮਾਤ ਲੋਕ ਤੋਂ ਰਾਜਾ ਜਨਕ ਜੀ ਨੂੰ ਨਿਮੰਤਰਣ ਦਿੱਤਾ ਗਿਆ, ਜੋ ਕਿ ਬਹੁਤ ਵੱਡੇ ਚੱਕਰਵਰਤੀ ਸਮਰਾਟ ਹਨ। ਬੇਅੰਤ ਕਿਸਮ ਦੇ ਸੁੱਖਾਂ ਦੇ ਨਾਲ, ਹੋਰ ਰਾਜਸੀ ਤਾਕਤਾਂ ਦੇ ਨਾਲ, ਪੂਰਨ ਐਸ਼ਵਰਜ, ਪੂਰਨ ਗਿਆਨ, ਪੂਰਨ ਧਿਆਨ, ਪੂਰਨ ਤਿਆਗ, ਪੂਰਨ ਵੈਰਾਗ, ਪੂਰਨ ਬਲ ਔਰ ਪੂਰਨ ਐਸ਼ਵਰਜ। ਇਹ 6 ਚੀਜ਼ਾਂ ਜਿਸ ਦੇ ਵਿੱਚ ਹੋਣ, ਪੂਰਨ ਗਿਆਨ, ਪੂਰਨ ਧਿਆਨ, ਪੂਰਨ ਤਿਆਗ, ਪੂਰਨ ਵੈਰਾਗ, ਪੂਰਨ ਬਲ ਔਰ ਪੂਰਨ ਐਸ਼ਵਰਜ। ਜਿਸ ਦੇ ਵਿੱਚ ਇਹ 6 ਚੀਜ਼ਾਂ ਪਾਈਆਂ ਜਾਣ, ਉਹ ਭਗਵਾਨ ਦਾ ਰੂਪ ਹੁੰਦਾ ਹੈ, ਈਸ਼ਵਰ ਹੁੰਦਾ ਹੈ। ਤੋ ਰਾਜਾ ਜਨਕ ਜੀ ਦੇ ਵਿੱਚ ਇਹ 6 ਦੀਆਂ 6 ਹੀ ਸਨ। ਪੂਰਨ ਗਿਆਨ ਵੀ ਹੈ, ਪੂਰਨ ਧਿਆਨ ਵੀ ਹੈ, ਪੂਰਨ ਵੈਰਾਗ ਵੀ ਹੈ, पूर्ण त्याग भी है, पूर्ण बल भी है और पूर्ण ऐश्वर्य भी है।
ਇਸ ਕਰਕੇ ਭਾਈ ਗੁਰਦਾਸ ਜੀ ਨੇ ਉਹਨਾਂ ਦੇ ਪ੍ਰਤੀ ਲਾਈਨ ਲਿਖੀ ਹੈ, ਭਗਤ ਵੱਡਾ ਰਾਜਾ ਜਨਕ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਉਹ ਗੁਰਮੁਖ ਹੈ ਅਤੇ ਉਹਨਾਂ ਦੇ ਗੁਰੂ ਸਨ ਅਸ਼ਟਾਵਕਰ ਜੀ, ਅਤੇ ਉਹ ਗੁਰੂ ਭਗਤੀ ਦੇ ਵਿੱਚ ਰਾਜਾ ਜਨਕ ਉਹ ਪੂਰਨ ਸਨ। ਮਾਇਆ ਵਿੱਚ ਉਦਾਸੀ, ਮਾਇਆ ਦੇ ਵਿੱਚ ਰਹਿੰਦੇ ਹਨ ਲੇਕਿਨ ਮਾਇਆ ਤੋਂ ਬਿਲਕੁਲ ਅਸਪ੍ਰਸ਼, ਨਿਰਲੇਪ, ਅਨਟਚਡ, ਮਾਇਆ ਤੋਂ ਨਿਰਲੇਪ ਰਹਿੰਦੇ ਹਨ, ਮਾਇਆ ਤੋਂ ਅਲੂਫ ਹਨ। ਮਾਇਆ ਯਾਨੀ ਕੋਈ ਵੀ ਐਸੀ ਚੀਜ਼ ਨਹੀਂ ਜੋ ਉਹਨਾਂ ਦੀ ਅਵਸਥਾ ਨੂੰ ਥੱਲੇ ਲਿਆ ਸਕੇ, ਗਿਰਾ ਸਕੇ। ਜੋ ਸਾਡੀ ਅਵਸਥਾ ਨੂੰ ਗਿਰਾਦਾ ਹੈ ਉਸ ਨੂੰ ਮਾਇਆ ਆਖਦੇ ਹਨ। ਮਾਇਆ ਸਿਰਫ ਇਹ ਜੋ ਧਨ ਦੌਲਤ, ਕਰੰਸੀ, ਪੈਸੇ, ਡਾਲਰਸ, ਪਾਉਂਡਸ, ਰੁਪਈਏ, ਇਹੀ ਮਾਇਆ ਨਹੀਂ ਹੁੰਦੀ, ਜਾਂ ਸੋਨਾ ਚਾਂਦੀ ਹੀ ਮਾਇਆ ਨਹੀਂ। ਮਾਇਆ ਉਹ ਹਰ ਚੀਜ਼ ਜੋ ਸਾਡੇ ਮਨ ਨੂੰ ਡਾਮਾਡੋਲ ਕਰਦਾ ਹੈ, ਸਾਡੇ ਮਨ ਦੀ ਅਵਸਥਾ ਦੇ ਉੱਤੇ ਇਫੈਕਟ ਕਰ ਜਾਏ, ਉਹ ਹਰ ਚੀਜ਼ ਦਾ ਨਾਮ ਮਾਇਆ। ਅਗਰ ਇੱਕ ਸ਼ਾਂਤ ਚਿੱਤ ਇਨਸਾਨ ਬੈਠਾ ਹੈ ਔਰ ਕਿਸੇ ਗੱਲ ਨੇ ਕ੍ਰੋਧ ਦੇ ਨਾਲ ਉਸ ਦੇ ਅੰਦਰ ਅੱਗ ਬਾਲ ਦਿੱਤੀ ਹੈ ਤਾਂ ਉਹ ਵੀ ਚੀਜ਼ ਮਾਇਆ ਹੀ। ਪਰੰਤੂ ਭਗਤ ਰਾਜਾ ਜਨਕ ਜੀ ਇਸ ਤਰ੍ਹਾਂ ਦੇ ਹਨ ਕਿ ਮਾਇਆ ਦੇ ਵਿੱਚ ਰਹਿੰਦੇ, ਮਾਇਆ ਦੇ ਵਿੱਚ ਹਨ, ਰਾਜ ਕਰਦੇ ਹਨ, ਪਰੰਤੂ ਅਵਸਥਾ ਜਿਹੜੀ ਹੈ ਉਹਨਾਂ ਦੀ ਉਹ ਬਿਲਕੁਲ ਅਡੋਲ ਵਾਹਿਗੁਰੂ ਪ੍ਰਮਾਤਮਾ ਦੇ ਵਿੱਚ ਟਿਕੀ ਹੋਈ ਹੈ। ਦੇਵਤਿਆਂ ਦੀ ਸਭਾ ਹੋਈ, ਦੇਵਤਿਆਂ ਨੇ ਉਹਨਾਂ ਨੂੰ ਵਿਮਾਨ ਭੇਜਿਆ, ਉਸ ਵਿਮਾਨ ਦੇ ਵਿੱਚ ਬੈਠ ਕੇ ਉਹ ਦੇਵਤਿਆਂ ਦੀ ਪੁਰੀ ਦੇਵ ਨਗਰੀ ਨੂੰ ਜਾਂਦੇ ਹਨ। ਦੇਵ ਲੋਕ ਨੂੰ ਚੱਲਿਆ, ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖਵਾਸੀ। ਗੰਧਰਵਾਂ ਦੀ ਨਗਰੀ, ਗੰਧਰਵਾਂ ਦੀ ਸਭਾ, ਜਿੱਥੇ ਬਹੁਤ ਬੜੇ ਬੜੇ ਦੇਵਤੇ, ਸੰਗੀਤ ਦੇ ਤਨੰਤਰ ਵਿਦਵਾਨ, ਗਵਈਏ, ਸਾਜ਼ਿੰਦੇ, ਨਿਰਤਕਾਰ, ਹੋਰ ਅਤਿਅੰਤ ਕਲਾਵਾਂ ਦੇ ਮਾਲਕ ਦੇਵ ਨਗਰੀ ਦੇ ਵਿੱਚ, ਦੇਵਤਿਆਂ ਦੀ ਨਗਰੀ ਦੇ ਵਿੱਚ, ਦੇਵਤਿਆਂ ਦੇ ਮੰਡਲ ਦੇ ਵਿੱਚ ਐਸੇ ਐਸੇ ਲੋਕ ਹਨ, ਉਹਨਾਂ ਦੀ ਸਭਾ ਦੇ ਵਿੱਚ ਰਾਜਾ ਜਨਕ ਜੀ ਜਾ ਰਹੇ ਹਨ। ਰਸਤੇ ਵਿੱਚ ਜਾਂਦਿਆਂ ਜਾਂਦਿਆਂ ਇੱਕ ਐਸਾ ਇਲਾਕਾ ਆਇਆ ਜਿੱਥੇ ਜਦੋਂ ਉਹਨਾਂ ਦਾ ਵਿਮਾਨ ਗੁਜ਼ਰ ਰਿਹਾ ਹੈ ਤੋ ਬੇਹਿਸਾਬ ਜੀਵਾਂ ਦੀ ਹਾਹਾਕਾਰ, ਚੀਕਾਂ, ਰੋਣੇ, ਕੁਰਲਾਹਟ ਪੈ ਰਿਹਾ ਹੈ, ਵਿਲਕ ਰਹੇ ਹਨ ਜੋ ਸੁਣਿਆ ਨਹੀਂ ਜਾਂਦਾ। ਤੋ ਰਾਜਾ ਜਨਕ ਜੀ ਪੁੱਛਦੇ ਹਨ ਜੋ ਉਹਨਾਂ ਦੇ ਸਨਮਾਨ 'ਚ ਉਹਨਾਂ ਨੂੰ ਲੈਣ ਆਏ ਸਨ, ਉਹਨਾਂ ਨੂੰ ਵੀ ਇਹ ਕੀ ਗੱਲ ਹੈ, ਇੱਥੇ ਇਤਨੀ ਚੀਖ ਪੁਕਾਰ ਕਿਉਂ ਸੁਣ ਰਹੀ ਹੈ, ਇਤਨੀ ਦਰਦ ਭਰੀ ਆਵਾਜ਼, ਇਤਨਾ ਰੋਣਾ, ਇਤਨਾ ਵਿਲਕ ਰਹੇ ਹਨ ਜੀ, ਇਹ ਕੀ ਗੱਲ ਹੈ, ਇਹ ਕੌਣ ਹਨ? ਉਹਨਾਂ ਨੇ ਜਵਾਬ ਦਿੱਤਾ, ਮਹਾਰਾਜ ਆਖਦੇ ਹਨ 18 ਨਰਕ ਹੁੰਦੇ ਹਨ। ਇਹ ਕਹਿਣ ਮਾਤਰ ਗੱਲਾਂ ਹਨ, ਕੋਈ ਐਗਜ਼ੈਕਟਲੀ 18 ਹੀ ਨਹੀਂ, ਪਤਾ ਨਹੀਂ ਕਿਤਨੇ ਹੁੰਦੇ ਹੋਣਗੇ। ਇਹ ਉਹਨਾਂ ਨਰਕਾਂ ਦੇ ਵਿੱਚੋਂ ਇੱਕ ਨਰਕ ਹੈ ਔਰ ਇਸ ਨਰਕ ਦੇ ਵਿੱਚ ਬੇਹਿਸਾਬ ਯਾਨੀ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਇਤਨੇ ਜੀਵ ਭਰੇ ਪਏ ਹਨ। ਕਈਆਂ ਨੂੰ ਅੱਗ ਬਲਦੀ ਹੈ ਔਰ ਸਿਰ ਉਹਨਾਂ ਦਾ ਅੱਗ ਦੇ ਵਿੱਚ ਹੈ ਔਰ ਪੁੱਠੇ ਲਟਕਾਏ ਹੋਏ ਹਨ। ਕਈਆਂ ਨੂੰ ਜਿਨ੍ਹਾਂ ਨੇ ਇਸ ਧਰਤੀ ਉੱਤੇ ਦੂਸਰਿਆਂ ਦਾ ਧਨ ਮਾਲ ਨੋਚ ਕੇ ਫਰੇਬ ਨਾਲ, ਠੱਗੀ ਨਾਲ, ਧੱਕੇ ਨਾਲ ਖਾਧਾ, ਹੁਣ ਉਹੀ ਜੀਵ ਉਹਨਾਂ ਦਾ
ਨੋਚ-ਨੋਚ ਕੇ ਕੱਚਿਆਂ ਦਾ ਨੋਚ-ਨੋਚ ਕੇ ਮਾਸ ਤੋੜ ਰਹੇ ਹਨ ਔਰ ਖਾ ਰਹੇ ਹਨ। ਕਈਆਂ ਨੂੰ ਉਬਲਦੇ ਪਾਣੀ ਦੇ ਵਿੱਚ ਉਬਾਲਿਆ ਜਾ ਰਿਹਾ ਹੈ, ਕਈ ਗੰਦਗੀ ਦੇ ਵਿੱਚ ਲਿਟੇ ਹਨ, ਕਈਆਂ ਨੂੰ ਮਾਰ ਪੈ ਰਹੀ ਹੈ। ਅਤਿਅੰਤ ਕਿਸਮ ਦੇ ਤਸੀਹੇ ਉਹ ਨਰਕਾਂ ਦਾ ਜੋ ਸੀਨ ਸੀ ਉਹਨਾਂ ਨੇ ਦੱਸਿਆ। ਹੁਣ ਗੁਰਮੁਖ ਬ੍ਰਹਮ ਗਿਆਨੀ ਰਾਜਾ ਜਨਕ ਇਤਨਾ ਦੁੱਖ ਦੇਖ ਕੇ ਕਿਵੇਂ ਸਹਾਰ ਸਕਦੇ ਸਨ? ਇਤਨਾ ਦੁੱਖ ਦੇਖ ਕੇ ਉਸ ਨੂੰ ਇਗਨੋਰ ਕਰਕੇ ਕਿਵੇਂ ਜਾ ਸਕਦੇ ਸਨ? ਇਹ ਅਗਲੀ ਵਿਚਾਰ ਅਗਲੇ ਐਪੀਸੋਡ ਦੇ ਵਿੱਚ ਪੂਰੀ ਕੀਤੀ ਜਾਏਗੀ। ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਬਾਣੀ ਬਾਣੀ